हाँ जी बेटा, अज आपां पंजाबी दी जिहड़ी ਸਾਹਿਤਕ किरना बुक है ਉਹਦਾ ਜਿਹੜਾ ਵਾਰਤਕ ਭਾਗ ਦਾ ਜਿਹੜਾ ਸੈਕੰਡ ਚੈਪਟਰ ਕਰਾਂਗੇ ਪੰਜਾਬ ਦੇ ਲੋਕ ਗੀਤ। ਬੇਟਾ ਬਾਕੀ ਜਿਹੜੇ ਚੈਪਟਰ ਨੇ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੇ, ਜਿਹੜੇ ਜਿਹੜੇ ਕਰਵਾਏ ਜਾਣਗੇ ਸਿਰਫ ਉਹ ਹੀ ਕਰਨੇ ਹਨ। ਤੁਸੀਂ ਲੋਕਡਾਊਨ ਕਰਕੇ ਜਿਹੜਾ ਤੁਹਾਡਾ ਸਿਲੇਬਸ ਆ ਉਹ ਘਟਾ ਦਿੱਤਾ ਗਿਆ ਹੈ ਕਾਫੀ ਜ਼ਿਆਦਾ। ਪੰਜਾਬ ਦੇ ਲੋਕ ਗੀਤ ਲੋਕ ਦਿਲਾਂ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ। ਇਹ ਆਮ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ। ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਇੱਕ ਵਾਸੀ ਲੋਕ ਗੀਤਾਂ ਵਿੱਚ ਜਨਮ ਲੈਂਦਾ, ਬਚਪਨ ਗੁਜ਼ਾਰਦਾ, ਜਵਾਨ ਹੁੰਦਾ, ਵਿਆਹਿਆ ਜਾਂਦਾ, ਗ੍ਰਹਿਸਥ ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਝਾਕੀ ਲੋਕ ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਹੋਰ ਸਾਹਿਤ ਰੂਪ ਵਿੱਚ ਆਪਣਾ ਪ੍ਰਗਟਾਅ ਨਹੀਂ ਲੱਭ ਸਕਦੀ। ਲੋਕ ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨੇੜਲੀ ਸਾਂਝ ਸਦਕਾ ਹੀ ਲੋਕ ਗੀਤਾਂ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਰਸਮਾਂ ਰਲਗੱਡ ਹਨ। ਇਹਨਾਂ ਦੀ ਸਿਰਜਣਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਿਹਾਰ ਕਾਰਜਸ਼ੀਲ ਹੁੰਦਾ ਹੈ, ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ ਸਾਧ ਮੁਰਾਦੇ ਨਿਰਛਲ ਲੋਕਾਂ ਦੇ ਸੁਦੇ ਸਿੱਧ ਪ੍ਰਗਟਾਵੇ ਹਨ। ਜਿਵੇਂ ਨਾ ਮੈਂ ਮੇਲ ਨੇ ਪੜ੍ਹੀ ਗੁਰਮੁਖੀ, ਨਾ ਬੈਠੀ ਸਾਂ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਹਨੇਰੇ, ਗੀਤ ਅਗੰਮੀ ਨਿਕਲਣ ਅੰਦਰੋਂ, ਵਸ ਨਹੀਂ ਕੁਝ ਮੇਰੇ, ਮਿਲਨੇ ਨਚ ਲੈਣੀ ਦੇ ਦੇ ਸ਼ੌਂਕ ਦੇ ਗੇੜੇ। ਲੋਕ ਗੀਤ ਮਨੁੱਖੀ ਸਿਰਜਣ ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਪ੍ਰਗਟਾਅ ਹਨ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਂਧ, ਪੋਠੋਹਾਰ ਅਤੇ ਪਹਾੜੀ ਇਲਾਕਿਆਂ ਵਿੱਚੋਂ ਬਹੁਗਿਣਤੀ ਵਿੱਚ ਲੋਕ ਗੀਤ ਮਿਲਦੇ ਹਨ। ਇਨ੍ਹਾਂ ਖਿੱਤਿਆਂ ਵਿੱਚੋਂ ਵੱਖ-ਵੱਖ ਸਥਾਨਕ ਅਤੇ ਰਾਂਗਲੀ ਤਸਵੀਰ ਦੇ ਬਾਵਜੂਦ ਵੀ ਇਨ੍ਹਾਂ ਲੋਕ ਗੀਤਾਂ ਵਿੱਚੋਂ ਇੱਕੋ ਸੁਭਾਅ ਅਤੇ ਤਾਸੀਰ ਮਿਲਦੀ ਹੈ। ਭਾਵ ਸਮੁੱਚੇ ਰੂਪ ਵਿੱਚ ਇਨ੍ਹਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਹੀ ਤਸਵੀਰ ਮਿਲਦੀ ਹੈ। ਗੀਤ ਦਾ ਨਿਰਣਾ ਤਾਂ ਗਾਉਣ ਨਾਲ ਹੀ ਹੁੰਦਾ ਹੈ। ਜਿਹੜਾ ਗੀਤ ਗਾਉਣ ਲੱਗਿਆਂ ਸੁਆਦ ਨਾ ਦੇਵੇ, ਉਹ ਕਿਤਾਬ ਦੇ ਪੰਨਿਆਂ 'ਤੇ ਤਾਂ ਭਾਵੇਂ ਜਿਉਂਦਾ ਰਹੇ, ਪਰ ਲੋਕਾਂ ਦੇ ਬੁੱਲ੍ਹਾਂ 'ਤੇ ਜਿਉਂਦਾ ਨਹੀਂ ਰਹਿ ਸਕਦਾ। ਲੋਕ ਗੀਤਾਂ ਨੂੰ ਲਿਖਤ ਰੂਪ ਤਾਂ ਕੁਝ ਸਮਾਂ ਪਹਿਲਾਂ ਹੀ ਮਿਲਿਆ ਹੈ। ਪਹਿਲਾਂ ਇਹ ਲੋਕ ਗੀਤ ਲੋਕਾਂ ਦੇ ਬੁੱਲ੍ਹਾਂ 'ਤੇ ਜਿਉਂਦੇ ਰਹੇ। ਲੈਅ ਤੇ ਰਸ ਗੀਤ ਦੀ ਮੁੱਢਲੀ ਸ਼ਰਤ ਹਨ। ਇਸੇ ਲਈ ਇਹ ਲੈਅ ਤੇ ਰਸ ਵਿੱਚ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ। ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਵਿਸ਼ੇ ਪੱਖੋਂ ਜਿੱਥੇ ਵੰਨ ਸੁਵੰਨਤਾ ਹੈ, ਜਿਵੇਂ ਸੂਰਮਗਤੀ ਦੇ ਗੀਤ, ਪ੍ਰੀਤ ਕਥਾਵਾਂ, ਪੂਜਾ ਪਾਠ, ਦਿਨ ਤਿਉਹਾਰ, ਰੁੱਤਾਂ ਬਿੱਤਾਂ ਜਾਂ ਤਿੱਥਾਂ ਵਟਾਂ, ਪਿਆਰ ਗੀਤ, ਵਿਛੋੜਾ, ਜਨਮ, ਵਿਆਹ, ਮਰਨ, ਪੇਕਾ ਘਰ, ਸਹੁਰਾ ਘਰ, ਹਾਰ ਸ਼ਿੰਗਾਰ ਆਦਿ, ਭਾਵ ਇਹਨਾਂ ਸਾਰੇ ਤਰ੍ਹਾਂ ਦੇ ਜਿਹੜੇ ਗੀਤ ਨੇ ਉਹ ਮਿਲਦੇ ਨੇ। ਉੱਥੇ ਲੋਕ ਗੀਤਾਂ ਦੇ ਵੱਖ-ਵੱਖ ਰੂਪ ਵੀ ਹਨ, ਜਿਵੇਂ ਲੋਰੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀਆਂ, ਮਾਹੀਆ, ਢੋਲਾ, ਅਲਾਹੁਣੀ, ਬੈਣ ਉਹ ਜਿਹੜੇ ਕੀਰ ਨੇ ਬੇਟਾ ਜਦੋਂ ਕੋਈ ਮਰ ਜਾਂਦਾ ਉਦੋਂ ਵੀ ਪਾਏ ਜਾਂਦੇ, ਛੰਦ, ਪਰਾਗਾ, ਥਾਲ, ਕਿੱਕਲੀ ਆਦਿ। ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਮਾਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਬੱਚੇ ਨੂੰ ਸੁਆਉਣ ਦਾ ਯਤਨ ਕਰਦੀ ਹੈ। ਕੀ ਗਾਉਂਦੀ ਹੈ ਬੇਟਾ ਉਹ? ਜੰਗਲ ਸੁੱਤੇ, ਪਰਬਤ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਆ। ਫਿਰ ਮੋਢੇ ਲਾ ਕੇ ਜਿਵੇਂ ਆਪਾਂ ਉਹ ਬੱਚੇ ਨੂੰ ਨਹੀਂ ਸੁਲਾਉਣ ਲੱਗੇ ਕਰਦੇ ਹੁੰਦੇ, ਉਸ ਤਰ੍ਹਾਂ ਬੋਲਦੀ ਆ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਕਿੱਕਲੀ, ਕੋਰੜਾ ਛਪਾਕੀ, ਗੁੱਲੀ ਡੰਡਾ, ਖਿੱਦੋ ਖੁੰਡੀ, ਲੁਕਣ ਮਿੱਟੀ ਆਦਿ ਖੇਡਾਂ ਖੇਡਦੇ ਬੱਚੇ ਗੀਤ ਗਾਉਂਦੇ ਹਨ।
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਮੁਟਿਆਰ ਹੋ ਰਹੀਆਂ ਕੁੜੀਆਂ ਦੇ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਜਿਹੜੇ ਗੀਤ ਸ਼ੁਰੂ ਹੋ ਜਾਂਦੇ ਹਨ, ਉਹ ਤ੍ਰਿੰਝਣ ਵਿੱਚ ਪੀਂਘਾਂ ਝੂਟਦੀਆਂ, ਮੌਸਮੀ ਤਿਉਹਾਰ ਮਨਾਉਂਦੀਆਂ, ਗੀਤ ਗਾਉਂਦੀਆਂ ਹਨ। ਰਲ ਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ ਪੀਂਘਾਂ ਪਿੱਪਲੀ ਜਾ ਕੇ ਪਾਈਏ। ਹੁੱਲੇ ਨੀ ਮਾਏ ਹੁੱਲੇ ਦੋ ਬੇਰੀ ਪੱਤਰ ਝੁੱਲੇ, ਦੋ ਝੁੱਲ ਪਈਆਂ ਖੰਜੂਰਾਂ, ਇਸ ਮੁੰਡੇ ਦਾ ਕਰੋ ਮੰਗੇਵਾ। ਮੁੰਡੇ ਦੀ ਵਹੁਟੀ ਨਿਕੜੀ ਘਿਓ ਖਾਂਦੀ ਚੂਰੀ ਕੁੱਟਦੀ, ਕੁੱਟ ਕੁੱਟ ਚੂਰੀ ਭਰਿਆ ਥਾਲ, ਵਹੁਟੀ ਸਜੇ ਨਨਾਨਾ ਨਾਲ। ਖੇਡਾਂ ਖੇਡਦੇ ਇਹ ਗੱਭਰੂ ਤੇ ਮੁਟਿਆਰਾਂ ਵਿਆਹੁਣ ਜੋਗੇ ਹੋ ਜਾਂਦੇ ਹਨ। ਵਿਆਹ ਦੇ ਕਾਰਜ ਸ਼ੁਰੂ ਹੋ ਜਾਂਦੇ ਹਨ। ਕੁੜੀ ਦੇ ਘਰ ਸੁਹਾਗ ਅਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨਾਂ ਦੇ ਕੰਮਾਂ ਨੂੰ ਸ਼ੁਰੂ ਕੀਤਾ ਜਾਂਦਾ ਹੈ। ਸਾਰੇ ਸਾਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ। ਘਰ ਦੀਆਂ ਨੂੰਹਾਂ ਧੀਆਂ ਵੱਡੀਆਂ ਬੁੱਢੀਆਂ ਸਭ ਗਿੱਧੇ ਪਾਉਂਦੀਆਂ ਹਨ। ਜਦ ਤੂੰ ਚੜਿਆ ਖਾਰੇ ਵੇ ਤੇਰਾ ਬਾਪ ਰੁਪਈਆ ਵਾਰੇ ਵੇ, ਲਟਕੇਂਦੇ ਬਾਲ ਸੋਹਣੇ ਦੇ ਤੇਰੇ ਸਦਕੇ ਜਾਂਦੀ ਮਾਂ। ਮੁੰਡੇ ਦੇ ਘਰ ਇਹ ਗੀਤ ਗਾਏ ਜਾਂਦੇ ਨੇ ਇਸ ਤਰ੍ਹਾਂ ਮੁੰਡੇ ਵਾਸਤੇ। ਤੇ ਕੁੜੀ ਦੇ ਘਰ ਕਿਹੋ ਜਿਹੇ ਗੀਤ ਗਾਏ ਜਾਂਦੇ ਨੇ? ਬਾਬਲ ਮੇਰਾ ਇੱਕ ਕਹਿਣਾ ਕੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ, ਜਾਈਏ ਲੈ ਆਂਦਾ ਵਰ ਢੋਲ ਕੇ, ਜਿਉਂ ਰੰਗ ਕੁਸੰਬੜਾ ਘੋਲ ਕੇ। ਇਹ ਹਾਸੇ ਠੱਠੇ ਤੇ ਢੋਲ ਢਮੱਕਿਆਂ ਵਾਲਾ ਮਾਹੌਲ ਕਰੁਣਾਮਈ ਰੂਪ ਧਾਰ ਲੈਂਦਾ ਹੈ, ਕਿਉਂਕਿ ਕੁੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ। ਮਾਂ ਬਾਪ, ਭੈਣ ਭਰਾਵਾਂ, ਸਹੇਲੀਆਂ, ਘਰ-ਬਾਰ ਤੋਂ ਵਿਛੋੜੇ ਦਾ ਵੇਲਾ ਕੁੜੀ ਲਈ ਔਖਾ ਹੋ ਜਾਂਦਾ ਹੈ। ਸਾਡਾ ਚਿੜੀਆਂ ਦਾ ਚੰਬਾ ਵੇ ਬਾਵਲ ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਵਲ ਕਿਹੜੇ ਦੇਸ਼ ਜਾਣਾ। ਤੇਰੇ ਮਹਿਲਾਂ ਦੇ ਵਿੱਚ ਵੇ ਬਾਵਲ ਡੋਲਾ ਨਹੀਂ ਲੰਘਦਾ, ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ ਆਪਣੇ। ਭਾਵ ਕੁੜੀ ਕੀ ਆ, ਸਹੁਰੇ ਘਰ ਨਾ ਜਾਣ ਦੇ ਬਹਾਨੇ ਮਾਰਦੀ ਹੈ। ਕਹਿੰਦੀ ਵੀ ਮੈਂ ਤੇਰੇ ਜਿਹੜਾ ਗੇਟ ਹੈਗਾ ਉਹ ਛੋਟਾ ਹੈਗਾ, ਉਹਦੇ ਵਿੱਚ ਦੀ ਮੇਰੀ ਜਿਹੜੀ ਡੋਲੀ ਉਹ ਲੰਘਦੀ ਨਹੀਂ ਹੈਗੀ। ਅਤੇ ਫਿਰ ਬਾਬਲ ਕੀ ਕਹਿੰਦਾ ਵੀ ਮੈਂ ਇੱਕ ਇੱਟ ਪਟਾ ਦਿੰਦਾ ਗਾ, ਵੀ ਭਾਵ ਉਹਨੂੰ ਵੱਡਾ ਕਰ ਦਿੰਦਾ ਗਾ, ਪਰ ਕੀ ਤੂੰ ਆਪਣੇ ਸਹੁਰੇ ਘਰ ਜਾ। ਵਿਆਹ ਤੋਂ ਬਾਅਦ ਕੁੜੀ ਨੂੰਹ ਬਣ ਕੇ ਸਹੁਰੇ ਘਰ ਰਹਿਣ ਲੱਗਦੀ ਹੈ। ਸਹੁਰੇ ਘਰ ਵਿੱਚ ਸੱਸ ਦੀਆਂ ਸਖਤੀਆਂ ਉਸਨੂੰ ਬਹੁਤ ਚੁੱਭਦੀਆਂ ਹਨ। ਉਸਦਾ ਹੋਰਨਾਂ ਰਿਸ਼ਤਿਆਂ ਜਿਵੇਂ ਨਨਾਣ, ਦਿਓਰ, ਜੇਠ, ਜਠਾਣੀ ਆਦਿ ਨਾਲ ਵੀ ਵਾਹ ਪੈਂਦਾ ਹੈ। ਕੁਕੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਏ, ਸਹੁਰੇ ਨਹੀਂ ਜਾਣਾ ਸੱਸ ਬੁੜਬੁੜ ਕਰਦੀ ਏ। ਭਾਵ ਗੀਤ ਗਾਏ ਜਾਂਦੇ ਨੇ, ਬੋਲੀਆਂ ਪਾਈਆਂ ਜਾਂਦੀਆਂ ਨੇ। ਮੇਰਾ ਦਿਓਰ ਬੜਾ ਟੁੱਟ ਪੈਣਾ ਹੱਸਦੀ ਦੇ ਦੰਦ ਗਿਣਦਾ। ਸਹੁਰੇ ਘਰ ਵਿੱਚ ਸਾਰੇ ਰਿਸ਼ਤਿਆਂ ਦਾ ਖੱਟਾ ਮਿੱਠਾ ਆਨੰਦ ਮਾਣਦੇ ਹੋਏ ਨੂੰਹ ਦੀ ਜ਼ਿੰਦਗੀ ਆਪਣੇ ਤੋਰੇ ਤੁਰਦੀ ਰਹਿੰਦੀ ਹੈ। ਕਦੀ ਨੌਕਰੀ ਖਾਤਰ ਪ੍ਰਦੇਸ ਗਏ ਪਤੀ ਦਾ ਵਿਛੋੜਾ ਝੱਲਦੀ ਹੈ। ਜਦੋਂ ਮਾਹੀਆ ਚੱਲਿਆ ਮੈਂ ਖੜੀ ਸਾਂ ਖੂਹ 'ਤੇ, ਮੋਟੇ ਮੋਟੇ ਹੰਝੂ ਡਿੱਗੇ ਗੋਰੇ ਗੋਰੇ ਮੂੰਹ 'ਤੇ। ਕਦੀ ਸਹੁਰੇ ਘਰ ਵਿੱਚ ਬੈਠ ਕੇ ਵੀਰ ਦੀ ਉਡੀਕ, ਉੱਡਦਾ ਵੇ ਜਾਵੀਂ ਕਾਵਾਂ ਬਹਿੰਦੜਾ ਜਾਵੀਂ ਮੇਰੇ ਪੇਕੜੇ ਮੈਂ ਵਾਰੀ, ਦੱਸੀ ਵੇ ਕਾਵਾਂ ਦੱਸੀ ਵੀਰ ਮੇਰੇ ਨੂੰ, ਆਊਗਾ ਨੀਲਾ ਘੋੜਾ ਵੀੜ ਕੇ ਮੈਂ ਵਾਰੀ। ਭਾਵ ਕੀ ਆ, ਕੁੜੀ ਕੀ ਆਪਣੇ ਭਰਾ ਨੂੰ ਸੁਨੇਹਾ ਭੇਜਦੀ ਵੀ ਮੈਨੂੰ ਮਿਲ ਜਾ ਕੇ, ਉਹਨੂੰ ਉਡੀਕਦੀ ਆ। ਇਸੇ ਤਰ੍ਹਾਂ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀ ਰਹਿਣੀ ਬਹਿਣੀ ਦੀ ਝਲਕ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਦੀ ਭੱਜ ਦੌੜ ਅਤੇ ਤਕਨਾਲੋਜੀ ਦੇ ਪ੍ਰਭਾਵ ਸਦਕਾ ਸਾਡੇ ਜੀਵਨ ਵਿੱਚ ਇਹ ਲੋਕ ਗੀਤ ਕੁਝ ਘੱਟ ਗਏ ਹਨ। ਅੱਜ ਤਿੱਥਾਂ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ 'ਤੇ ਇਹਨਾਂ ਲੋਕ ਗੀਤਾਂ ਦੀ ਵਰਤੋਂ ਨਵੀਂ ਸ਼ੈਲੀ ਭਾਵ ਲੋਕ ਗੀਤਾਂ ਨੂੰ ਫਿਲਮੀ ਗਾਣਿਆਂ ਜਾਂ ਹੋਰ ਨਵੇਂ ਗਾਣਿਆਂ ਨਾਲ ਰਲਾ ਮਿਲਾ ਕੇ ਵਜਾਇਆ ਜਾਂਦਾ ਹੈ ਜਾਂ ਗਾਇਆ ਜਾਂਦਾ ਹੈ। ਪਰ ਸਾਨੂੰ ਪੰਜਾਬੀ ਲੋਕ ਗੀਤਾਂ ਦੀ ਵਡਮੁੱਲੀ ਅਤੇ ਅਮੀਰ ਵਿਰਾਸਤ ਨੂੰ ਉਸ ਦੇ ਅਸਲੀ ਰੂਪ ਵਿੱਚ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ। ਬੇਟਾ ਇਸ ਲੈਸਨ ਨੂੰ ਤੁਸੀਂ ਖੁਦ ਵੀ ਰੀਡ ਕਰਨਾ, ਓਕੇ।